ਵਾਰ 11ਵੀਂ ਔੜੀ 14ਵੀਂ 70 ਤੀਜੀ। ਮੈਲ ਸੀਹਾਂ ਵਿੱਚ ਆਖੀਐ ਭਾਗੀਰਥ ਕਾਲੀ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਗੁਰਦਾਸ ਜੀ 11ਵੀਂ ਵਾਰ ਦੇ ਵਿੱਚ ਚੌਥੀ ਜਿਹੜੇ ਹਨ 14ਵੀਂ ਪੌੜੀ ਦੇ ਵਿੱਚ ਮੈਲ ਸਿੰਘਾਂ। ਸੋ ਮੈਲ ਸਿੰਘਾਂ ਇੱਕ ਦੁਆਬੇ ਵਿੱਚ ਥਾਂ ਹੈ, ਪਿੰਡ ਹੈ ਮੈਲ ਸਿੰਘਾਂ। ਉਸ ਦਾ ਚੌਧਰੀ ਸੀਗਾ ਭਗੀਰਥ। ਸੋ ਭਾਈ ਗੁਰਦਾਸ ਜੀ ਕਹਿੰਦੇ ਹਨ ਮੈਲ ਸਿੰਘਾਂ ਵਿੱਚ ਆਖੀ ਹੈ ਵੀ ਮੈਲ ਸਿੰਘਾਂ ਦੇ ਵਿੱਚ ਕਹਿੰਦੇ ਜਾਂ ਇੱਕ ਜਿਹੜੀ ਹੈ ਅੰਡਰਸਟੂਡ ਗੱਲ ਹੈ ਕਿ ਮੈਲ ਸਿੰਘਾਂ ਦੇ ਵਿੱਚ ਭਾਈ ਭਗੀਰਥ ਜੀ ਰਹਿਣ ਵਾਲੇ ਸਨ। ਤੇ ਕਹਿੰਦੇ ਕਾਲੀ ਗੁਣ ਗਾਵੈ। ਇਹ ਕਾਲੀ ਜਿਹੜੀ ਦੇਵੀ ਹੈ ਜਾਂ ਇਹਨੂੰ ਦੁਰਗਾ ਵੀ ਕਹਿੰਦੇ ਨੇ। ਸੋ ਇਹ ਜਿਹੜੀ ਦੁਰਗਾ ਹੈ ਇਸ ਦੇ ਜਿਹੜੇ ਹਨ ਮੰਨਿਆ ਹੈ ਕਿ ਦੁਰਗਾ ਦੇ ਜਿਹੜੇ ਹਨ 90 ਕਰੋੜ ਦੇਵੀਆਂ ਨੇ ਨਾ। ਸੋ ਉਹਨਾਂ ਦੇ ਵਿੱਚੋਂ ਜਿਹੜਾ ਹੈ ਦੇਵੀ ਜਿਹੜੀ ਹੈ ਕਾਲੀ ਵੀ ਕਿਹਾ ਜਾਂਦਾ ਹੈ, ਦੁਰਗਾ ਕਿਹਾ ਜਾਂਦਾ ਹੈ, ਜਿਹੜਾ ਹਨ ਭੰਗਾਨੀ ਕਿਹਾ ਜਾਂਦਾ, ਕਿਉਂ ਕਈ ਇਹਨਾਂ ਦੇ ਨਾਂ ਨੇ। ਹਾਂਜੀ, ਸੋ ਕਈ ਨਾਂ ਨੇ। ਸੋ ਇੱਕੇ ਦੇਵੀ ਹੈ ਤੇ ਉਹਨਾਂ ਦੇ ਕਈ ਨਾਮ ਨੇ ਤੇ ਅੱਡ ਅੱਡ ਹੋਰ ਵੀ ਦੇਵੀਆਂ ਜਿਵੇਂ ਸਰਸਵਤੀ ਹੋਈ, ਪਾਰਵਤੀ ਹੋਈ ਜਾਂ ਹੋਰ ਜਿਹਨੇ ਸ਼ਿਵ ਜੀ ਦੀ ਘਰਵਾਲੀ, ਬਰਮਾ ਦੀ ਘਰਵਾਲੀ। ਸੋ ਇਸ ਕਰਕੇ ਕਹਿੰਦੇ ਜਿਹੜਾ ਇਹ ਭਗੀਰਥ ਸੀਗਾ ਇਹ ਮੈਲ ਸਿੰਘਾਂ ਵਿੱਚ ਰਹਿਣ ਵਾਲਾ ਤੇ ਕਾਲੀ ਦਾ ਪੁਜਾਰੀ ਸੀਗਾ। ਸੋ ਦੇਵੀ ਦਾ ਪੁਜਾਰੀ ਸੀਗਾ ਜੀ। ਸੋ ਹੁਣ ਆਪਾਂ ਜਿਵੇਂ ਸ਼ਹੀਦ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤ ਮਾਲਾ ਵਿੱਚ ਇਹਨਾਂ ਦਾ ਜੀਵਨ ਲਿਖਿਆ, ਆਪਾਂ ਉਹ ਵਿਚਾਰੀਏ। ਮੈਲ ਸਿੰਘਾਂ ਦਾ ਚੌਧਰੀ ਭਗੀਰਥ ਕਾਲੀ ਦਾ ਉਪਾਸਕ ਹੈ ਸੀ। ਸੋ ਮੈਲ ਸਿੰਘਾਂ ਜਿਹੜਾ ਚੌਧਰੀ ਸੀਗਾ ਜੋ ਦੁਆਬੇ ਵਿੱਚ ਇਹ ਪਿੰਡ ਹੈ। ਸੋ ਭਗੀਰਥ ਜਿਹੜਾ ਹੈ ਇਹ ਕਾਲੀ ਦਾ ਪੁਜਾਰੀ ਸੀਗਾ। ਜਬ ਬਾਬਾ ਉਸ ਨਗਰੀ ਮਹਿ ਆਇਆ ਤਾਂ ਭਗੀਰਥ ਵੱਡੀ ਸੇਵਾ ਟਹਿਲ ਕੀਤੀ। ਕਹਿੰਦੇ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਮੈਲ ਸਿੰਘਾਂ ਵਿੱਚ ਗਏ। ਸੋ ਮੈਲ ਸਿੰਘਾਂ ਵਿੱਚ ਜਦੋਂ ਗਏ ਤੇ ਉਸ ਵੇਲੇ ਭਾਈ ਭਗੀਰਥ ਜੀ ਬਹੁਤ ਜ਼ਿਆਦਾ ਮਹਾਰਾਜ ਦੀ ਇਹਨੇ ਸੇਵਾ ਕੀਤੀ। ਸੋ ਭਾਈ ਭਗੀਰਥ ਨੇ ਅੱਗੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ। ਪਰ ਇਹ ਸਾਖੀ ਜਿਹੜੀ ਇੱਥੇ ਸ਼ਹੀਦ ਭਾਈ ਮਨੀ ਸਿੰਘ ਨੇ ਲਿਖੀ ਹੈ ਇਹ ਕੁਝ ਕੁ ਡਿਫਰੈਂਟ ਹੈ, ਜਿਸ ਤਰ੍ਹਾਂ ਕਿ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਸੂਰਜ ਪ੍ਰਕਾਸ਼ ਦੇ ਵਿੱਚ। ਸੋ ਸੂਰਜ ਪ੍ਰਕਾਸ਼ ਵਿੱਚ ਇਹ ਸਾਖੀ ਜਿਹੜੀ ਹੈ ਆਉਂਦੀ ਹੈ ਕਿ ਭਾਈ ਭਗੀਰਥ ਜੀ ਆਪਣੇ ਜਿਹੜਾ ਹਨ ਦੁਰਗਾ ਦੀ ਪੂਜਾ ਕਰਿਆ ਕਰਦੇ ਸਨ। ਮੰਦਿਰ ਦੀ ਦਿਨ ਰਾਤ ਇਹਨਾਂ ਨੇ ਪੂਜਾ ਕਰਨੀ। ਸੋ ਕਹਿੰਦੇ ਇੱਕ ਦਿਨ ਕੀ ਹੁੰਦਾ ਹੈ ਕਿ ਭਾਈ ਭਗੀਰਥ ਨੂੰ ਜਿਹੜਾ ਹੈ ਉਹਦੀ ਸੇਵਾ ਦੇਖ ਕੇ ਦੁਰਗਾ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਜਿਹੜਾ ਹੈ ਇਹਦੇ ਤੇ ਬਹੁਤ ਪ੍ਰਸੰਨ ਹੋਏ, ਖੁਸ਼ ਹੋ ਗਏ। ਸੋ ਇੱਕ ਵੇਲੇ ਰਾਤ ਵੇਲੇ ਜਦੋਂ ਇਹ ਸੇਵਾ ਕਰਦਾ ਸੀ ਨਾ, ਕਹਿੰਦੇ ਦੁਰਗਾ ਪ੍ਰਗਟ ਹੋ ਗਈ ਭਗੀਰਥ ਨੂੰ। ਕਹਿੰਦੀ ਵੀ ਤੂੰ ਮੇਰੀ ਬਹੁਤ ਸੇਵਾ ਕਰਦਾ ਹਾਂ, ਤੈਨੂੰ ਕੀ ਚਾਹੀਦਾ ਹੈ? ਸੋ ਉਸ ਵੇਲੇ ਭਾਈ ਭਗੀਰਥ ਜੀ ਕਹਿੰਦੇ ਦੁਰਗਾ ਦੇਵੀ ਨੂੰ, ਕਹਿੰਦੇ ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋ ਤਾਂ ਕਹਿੰਦੇ ਮੈਨੂੰ ਮੁਕਤੀ ਦੇ ਦਿਓ। ਸੋ ਉਸ ਵੇਲੇ ਦੁਰਗਾ ਨੇ ਇਹ ਗੱਲ ਕਹੀ ਤੇ ਜਿਹੜੀ ਅੱਗੇ ਵੀ ਇਹ ਸਾਖੀ ਵਿੱਚ ਆਉਣੀ ਆਪਾਂ ਵਿਚਾਰਨੀ ਹੈ ਵੀ ਉਹ ਡਾਇਲੌਗ ਵਿੱਚ ਕੀ ਹੋਇਆ। ਸੋ ਪਰ ਇੱਥੇ ਇੰਨਾ ਡਿਫਰੈਂਸ ਹੈ ਕਿ ਇਹ ਜਿਹੜੀ ਸ਼ਹੀਦ ਭਾਈ ਮਨੀ ਸਿੰਘ ਨੇ ਲਿਖੀ ਆ ਇਹਦੇ ਵਿੱਚ ਲਿਖਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਮੈਲ ਸਿੰਘਾਂ ਗਏ ਸੀਗੇ ਤੇ ਸੂਰਜ ਪ੍ਰਕਾਸ਼ ਵਿੱਚ ਆਉਂਦਾ ਹੈ ਕਿ ਦੁਰਗਾ ਨੇ ਪ੍ਰਗਟ ਹੋ ਕੇ ਭਗੀਰਥ ਨੂੰ ਕਿਹਾ ਕਿ ਜੇ ਤੈਨੂੰ ਮੁਕਤੀ ਚਾਹੀਦੀ ਆ ਤਾਂ ਤੂੰ ਗੁਰੂ ਨਾਨਕ ਦੀ ਸੇਵਾ ਕਰ, ਕਿਉਂਕਿ ਮੁਕਤੀ ਸਿਰਫ ਉਹਨਾਂ ਦੇ ਹੱਥ ਵਿੱਚ ਆ, ਮੁਕਤੀ ਮੈਂ ਨਹੀਂ ਦੇ ਸਕਦੀ। ਤੂੰ ਦੁਨੀਆ ਦਾ ਰਾਜ ਲੈਣਾ, ਤੂੰ ਜੋ ਮਰਜ਼ੀ ਲੈਣਾ ਮੈਂ ਤੈਨੂੰ ਦੇ ਸਕਦੀ ਹਾਂ, ਪਰ ਮੁਕਤੀ ਨਹੀਂ ਮੈਂ ਦੇ ਸਕਦੀ, ਕਿਉਂਕਿ ਕਹਿੰਦੇ ਮੈਂ ਮੁਕਤੀ ਤਾਂ ਮੈਂ ਵੀ ਗੁਰੂ ਨਾਨਕ ਦੇ ਚਰਨਾਂ 'ਚ ਜਾ ਕੇ ਸੇਵਾ ਕਰਦੀ ਹਾਂ। ਕਹਿੰਦੇ ਉਸ ਕਰਕੇ ਜਿਹੜਾ ਹੈ ਮੁਕਤੀ ਮੇਰੇ ਹੱਥ ਵਿੱਚ ਨਹੀਂ। ਸੋ ਇਹ ਗੱਲ ਸੁਣ ਕੇ ਭਾਈ ਭਗੀਰਥ ਜੀ ਫੇਰ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਉਂਦੇ ਨੇ। ਉਦੋਂ ਮਹਾਰਾਜ ਜੀ ਸੁਲਤਾਨਪੁਰ ਵਿੱਚ ਸਨ। ਸੋ ਉੱਥੇ ਆ ਕੇ ਮਿਲਦੇ ਨੇ ਤੇ ਮਹਾਰਾਜ ਦੀ ਸੇਵਾ ਕਰਦੇ ਨੇ। ਸੋ ਉੱਥੇ ਇਸ ਤਰ੍ਹਾਂ ਦੀ ਆਉਂਦੀ ਹੈ ਜਿਹੜੀ ਹੈ ਸਾਖੀ ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਭਗੀਰਥ ਨੇ ਬਹੁਤ ਜ਼ਿਆਦਾ ਕੀਤੀ। ਜਦੋਂ ਮਹਾਰਾਜ ਜੀ ਮੈਲ ਸਿੰਘਾਂ ਗਏ ਰਾਤ ਨੂੰ ਬਾਬਾ ਉਸੇ ਨਗਰੀ ਰਹਿਆ। ਕਹਿਣ ਲੱਗੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਰਾਤ ਇੱਕ ਰਾਤ ਉੱਥੇ ਰਹੇ। ਸੋ ਮੈਲ ਸਿੰਘਾਂ ਵਿੱਚ ਇੱਕ ਰਾਤ ਵਾਸਤੇ ਗੁਰੂ ਨਾਨਕ ਸਾਹਿਬ ਜੀ ਰਹੇ। ਤਾਂ ਭਗੀਰਥ ਉੱਥੇ ਹੀ ਸੌਂ ਰਿਹਾ। ਸੋ ਕੀ ਹੋਇਆ, ਭਾਈ ਭਗੀਰਥ ਜੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਸਥਾਨ ਸੀ ਨਾ, ਜਿੱਥੇ ਮਹਾਰਾਜ ਦਾ ਲੌਜਿੰਗ ਸੀਗਾ ਜਾਂ ਜਿੱਥੇ ਮਹਾਰਾਜ ਜੀ ਰਾਤ ਰਹਿ ਰਹੇ ਸੀਗੇ, ਉਸੇ ਅਸਥਾਨ ਤੇ ਭਾਈ ਭਗੀਰਥ ਵੀ ਰਾਤ ਰਿਹਾ ਵੀ ਪਤਾ ਨਹੀਂ ਗੁਰੂ ਨਾਨਕ ਸਾਹਿਬ ਨੂੰ ਕਿਤੇ ਰਾਤ ਨੂੰ ਲੋੜ ਨਾ ਪੈ ਜਾਵੇ। ਸੋ ਸੇਵਾ ਵਾਸਤੇ ਉੱਥੇ ਹੀ ਰਿਹਾ। ਜਦ ਪਿਛਲੀ ਰਾਤ ਬਾਬਾ ਉੱਠਿਆ
ਤਾਂ ਭਗੀਰਥ ਵੀ ਉੱਠ ਕਰ ਇਸ਼ਨਾਨ ਨੂੰ ਜਲ ਲੈ ਆਇਆ। ਸੋ ਕੀ ਹੋਇਆ, ਭਾਈ ਭਗੀਰਥ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਠੇ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਸ਼ਨਾਨ ਕੀਤਾ ਤੇ ਨਾਲ ਹੀ ਭਾਈ ਭਗੀਰਥ ਵੀ ਜਿਹੜੇ ਹਨ ਉੱਠ ਕੇ ਉਹਨਾਂ ਨੇ ਵੀ ਇਸ਼ਨਾਨ ਕੀਤਾ। ਉਹ ਵੀ ਆਪਣੇ ਜਿਹੜਾ ਹਨ 20 ਆਵਸ ਦੇ ਵਿੱਚ ਅੰਮ੍ਰਿਤ ਵੇਲੇ ਦੇ ਵਿੱਚ ਉਹਨਾਂ ਨੇ ਵੀ ਜਾ ਕੇ ਇਸ਼ਨਾਨ ਕੀਤਾ ਤੇ ਪਾਣੀ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਦੇ ਇਸ਼ਨਾਨ ਵਾਸਤੇ। ਅੱਗੇ ਦੇਖੇ ਤਾਂ ਮਹਾ ਸੁੰਦਰ ਇਸਤਰੀ ਅਸ਼ਟਭੁਜਾ ਹੈਸ। ਤੇ ਭਾਈ ਭਗੀਰਥ ਜੀ ਕੀ ਦੇਖਦੇ ਹਨ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਮਰੇ ਵੱਲ ਜਾਂਦੇ ਹਨ ਤਾਂ ਉੱਥੇ ਮਹਾਰਾਜ ਦੇ ਅਸਥਾਨ ਦੇ ਸਾਹਮਣੇ ਨਾ ਕਹਿੰਦੇ ਇੱਕ ਸੁੰਦਰ ਇੱਕ ਲੇਡੀ ਹੈ, ਇੱਕ ਔਰਤ ਹੈ, ਬਹੁਤ ਸੁੰਦਰ, ਬਹੁਤ ਸੋਹਣੀ ਹੈ। ਉਹਦੇ ਸੋਹਣੇ ਕੱਪੜੇ ਪਾਏ ਹੋਏ ਹਨ, ਜਿਵੇਂ ਕੋਈ ਵਿਆਹ ਨੂੰ ਸਜਦਾ ਹੈ ਇਸ ਤਰ੍ਹਾਂ ਸਜੀ ਹੋਈ ਹੈ ਤੇ ਉਹਦੀਆਂ 8 ਬਾਹਾਂ ਨੇ, ਜਿਹੜੀਆਂ ਹਨ ਆਰਮਸ ਨੇ ਉਹਦੀਆਂ। ਸੋ ਉਹ ਸੇਵਾ ਕਰ ਰਹੀ ਆ, ਪੋਚਾ ਮਾਰ ਰਹੀ ਹੈ ਤੇ ਮਹਾਰਾਜ ਦੇ ਅਸਥਾਨ ਦੀ ਸੇਵਾ ਕਰ ਰਹੀ ਹੈ। ਸੋ ਭਾਈ ਭਗੀਰਥ ਦੇਖ ਕੇ ਹੈਰਾਨ ਹੋਇਆ ਤੇ ਝਾੜੂ ਕਰਦੀ ਹੈ, ਤੇ ਝਾੜੂ ਕਰ ਰਹੀ ਸੀ, ਉਸ ਵੇਲੇ ਝਾੜ ਰਹੀ ਸੀ। ਤਾਂ ਭਗੀਰਥ ਪੁੱਛਿਆ ਤੂੰ ਕੌਣ ਹੈ? ਭਾਈ ਭਗੀਰਥ ਪੁੱਛਦੇ ਆ ਕਿ ਤੁਸੀਂ ਕੌਣ ਹੋ? ਇੰਨੀ ਰਾਤ ਨੂੰ ਇੰਨੇ ਅੰਮ੍ਰਿਤ ਵੇਲੇ ਇੱਕ ਲੇਡੀ ਨੇ ਆ ਕੇ ਸੇਵਾ ਕਰਨੀ, ਕਿਉਂਕਿ ਉਸ ਵੇਲੇ ਲੇਡੀਜ਼ ਜਿਹੜੀਆਂ ਹੁੰਦੀਆਂ ਸਨ ਉਹ ਰਾਤ ਨੂੰ ਨਹੀਂ ਤੁਰੀਆਂ ਫਿਰਦੀਆਂ ਸਨ, ਉਹ ਘਰੇ ਰਹਿੰਦੀਆਂ ਸਨ ਕਿਉਂਕਿ ਡਰ ਹੁੰਦਾ ਸੀਗਾ ਬਾਹਰ ਜਾਣ ਦਾ। ਕਹਿੰਦੇ ਕਿ ਤੂੰ ਕਿਸ ਤਰ੍ਹਾਂ ਆ ਕੇ ਇੱਥੇ ਸੇਵਾ ਕਰਦੀ ਹੈ ਇੰਨੇ ਹਨੇਰੇ ਦੇ ਵਿੱਚ? ਜੋ ਅਜਿਹੇ ਸਮੇਂ ਆਪਣੇ ਘਰ ਥੀ ਬਾਹਰ ਆਈ ਹੈ। ਹਾਂ, ਭਾਈ ਭਗੀਰਥ ਹੈਰਾਨ ਸੀਗਾ, ਤੂੰ ਆਪਣੇ ਘਰੋਂ ਏਡੀ ਰਾਤ ਹਨੇਰੇ ਵਿੱਚ ਤੂੰ ਚੱਲ ਕੇ ਕਿਵੇਂ ਆ ਗਈ? ਕਿਉਂਕਿ ਸੜਕਾਂ ਤੇ ਸਟਰੀਟ ਲਾਈਟ ਨਹੀਂ ਹੁੰਦੀਆਂ ਸਨ, ਜਿਹੜੀਆਂ ਗਲੀਆਂ ਸਨ ਸਾਰੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਹਨੇਰਾ ਹੁੰਦਾ ਸੀਗਾ। ਸੋ ਇਸ ਕਰਕੇ ਕਹਿੰਦਾ ਵੀ ਤੂੰ ਰਾਤ ਨੂੰ ਆਪਣੇ ਘਰ ਤੋਂ ਚੱਲ ਕਰਕੇ ਇਸ ਸਥਾਨ ਤੇ ਤੂੰ ਕਿਸ ਤਰ੍ਹਾਂ ਆ ਗਈ ਹੈ? ਤਾਂ ਉਸ ਕਹਿਆ ਭਗੀਰਥਾ ਤੂੰ ਸਾਨੂੰ ਨਹੀਂ ਜਾਣਦਾ। ਤਾਂ ਉਹ ਜਿਹੜੀ ਔਰਤ ਸੀਗੀ ਨਾ, ਉਹਨੇ ਭਾਈ ਭਗੀਰਥ ਵੱਲ ਦੇਖ ਕੇ ਕਿਹਾ, ਕਹਿੰਦੀ ਭਗੀਰਥ ਤੂੰ ਮੈਨੂੰ ਨਹੀਂ ਜਾਣਦਾ? ਉਹਨੇ ਪੁੱਛਿਆ ਕਿਉਂਕਿ ਭਾਈ ਭਗੀਰਥ ਤਾਂ ਦੁਰਗਾ ਦਾ ਹੀ ਪੁਜਾਰੀ ਸੀ ਨਾ, ਹੁਣ ਦੁਰਗਾ ਉਹਦੇ ਸਾਹਮਣੇ ਖੜੀ ਹੈ ਤੇ ਉਹ ਕਹਿੰਦੀ ਤੂੰ ਮੈਨੂੰ ਪਛਾਣਿਆ ਨਹੀਂ, ਤੂੰ ਨਹੀਂ ਮੈਨੂੰ ਜਾਣਦਾ ਮੈਂ ਕੌਣ ਹਾਂ? ਮੈਂ ਦੇਵੀ ਹਾਂ। ਤੇ ਉਹ ਦੁਰਗਾ ਦੇਵੀ ਕਹਿੰਦੀ ਭਗੀਰਥ ਮੈਂ ਦੇਵੀ ਹਾਂ ਜਿਹਦੀ ਤੂੰ ਪੂਜਾ ਕਰਦਾ ਹਾਂ। ਤਾਂ ਭਗੀਰਥ ਚਰਨੀ ਲੱਗਾ। ਤੇ ਜਦੋਂ ਭਾਈ ਭਗੀਰਥ ਨੂੰ ਪਤਾ ਲੱਗਿਆ ਵੀ ਇਹ ਤਾਂ ਉਹੀ ਦੇਵੀ ਹੈ ਜਿਹਦੀ ਮੈਂ ਪੂਜਾ ਕਰਦਾ, ਉਹ ਤਾਂ ਭੱਜ ਕੇ ਜਾ ਕੇ ਉਹ ਦੇਵੀ ਦੀਆਂ ਜਿਹੜੀਆਂ ਹਨ ਪੈਰਾਂ ਤੇ ਪੈ ਗਿਆ ਤੇ ਚਰਨੀ ਪੈ ਗਿਆ, ਜਾ ਕੇ ਜਿਹੜੇ ਹਨ ਦੁਰਗਾ ਦੇ ਜਿਹੜੇ ਹਨ ਚਰਨ ਪਕੜ ਲਏ, ਉਹਨੇ ਪੈਰ ਫੜ ਲਏ ਤੇ ਘੁੱਟ ਕੇ ਜਿਹੜਾ ਹਨ ਮੱਥਾ ਟੇਕਿਆ। ਤੂੰ ਜਗਤ ਦੀ ਮਾਤਾ ਹੈ। ਤੇ ਭਾਈ ਭਗੀਰਥ ਕਹਿੰਦਾ ਦੁਰਗਾ ਤੂੰ ਤਾਂ ਜਗਤ ਦੀ ਮਾਤਾ ਹੈ, ਤੂੰ ਤਾਂ ਸਾਰਿਆਂ ਦੀ ਮਾਤਾ ਹੈ, ਸਾਰਿਆਂ ਨੂੰ ਸਭ ਕੁਝ ਦੇਣ ਵਾਲੀ ਹੈ, ਸਭਨਿਆਂ ਦੇਵਤਿਆਂ ਦੇ ਸਹਾਈ ਕਰਨ ਵਾਲੀ ਹੈ। ਇਹ ਕਹਿੰਦਾ ਦੁਰਗਾ ਤੂੰ ਤਾਂ ਸਾਰੇ ਦੇਵਤਿਆਂ ਦੀ ਸਹਾਇਤਾ ਕਰਨ ਵਾਲੀ ਹੈ, ਜਿਹੜੇ ਦੇਵਤੇ ਨੂੰ ਵੀ ਲੋੜ ਪਈ ਤਾਂ ਤੇਰੀ ਸਹਾਇਤਾ ਤੇਰੀ ਹੈਲਪ ਲੈ ਕੇ ਦੇਵਤੇ ਵੀ ਜੰਗ ਜਿੱਤਦੇ ਰਹੇ ਨੇ। ਸੋ ਉਹ ਵੀ ਦੈਂਤਾਂ ਨੂੰ ਹਰਾਉਂਦੇ ਰਹੇ ਹਨ। ਰਾਖਸ਼ਾਂ ਦੇ ਨਾਸ਼ ਕਰਨ ਵਾਲੀ ਹੈ। ਕਹਿੰਦੇ ਤੂੰ ਰਾਖਸ਼ਾਂ ਦੇ ਡੀਮਨਸ ਦੇ ਤੂੰ ਮਾਰਨ ਵਾਲੀ ਹੈ, ਤੂੰ ਡੀਮਨਸ ਨੂੰ ਮਾਰਨ ਵਾਲੀ ਹੈ, ਉਹਨਾਂ ਦਾ ਨਾਸ਼ ਕਰਨ ਵਾਲੀ ਹੈ। ਇੱਥੇ ਝਾੜੂ ਕਿਉਂ ਕਰਨੀ ਹੈ? ਤੇ ਹੁਣ ਭਾਈ ਭਗੀਰਥ ਪੁੱਛਦਾ ਹੈ ਦੁਰਗਾ ਨੂੰ, ਕਹਿੰਦਾ ਵੀ ਤੂੰ ਇੱਥੇ ਝਾੜੂ ਕਿਉਂ ਕਰਦੀ ਹੈ? ਤੇ ਤੇਰੇ ਤਾਂ ਚਰਨੀ ਆ ਕੇ ਦੇਵਤੇ ਵੀ ਪੈਂਦੇ ਨੇ, ਤੇਰੀ ਹੈਲਪ ਤਾਂ ਦੇਵਤੇ ਵੀ ਲੈਂਦੇ ਨੇ। ਇੰਦਰ ਦੇਵਤੇ ਨੇ ਕਿੰਨੀ ਵਾਰੀ ਮਦਦ ਲਈ ਦੁਰਗਾ ਦੀ, ਵਿਸ਼ਨੂੰ ਦੇਵਤੇ ਨੇ ਕਿੰਨੀ ਵਾਰੀ ਲਈ ਦੁਰਗਾ ਦੀ ਮਦਦ। ਕਹਿੰਦਾ ਤੂੰ ਐਡੀ ਵੱਡੀ ਦੇਵੀ, ਸਾਰਾ ਜਗਤ ਤੇਰੀ ਪੂਜਾ ਕਰਦਾ ਹੈ, ਸਾਰਾ ਜਗਤ ਤੈਨੂੰ ਮੰਨਦਾ ਹੈ, ਪਰ ਤੂੰ ਗੁਰੂ ਨਾਨਕ ਦੇ ਦਰ ਤੇ ਆ ਕੇ ਕਿਉਂ ਝਾੜੂ ਮਾਰ ਰਹੀ ਹੈ? ਵਾਈ ਆਰ ਯੂ ਸਵੀਪਿੰਗ ਓਵਰ ਹੇਅਰ? ਤੇ ਤੇਰੀ ਤਾਂ ਸੇਵਾ ਸਾਰੀ ਦੁਨੀਆ ਕਰਦੀ ਹੈ ਤੇ ਤੂੰ ਗੁਰੂ ਨਾਨਕ ਦੇ ਦਰ ਤੇ ਆ ਕੇ ਕਰਦੀ ਹੈ ਸੇਵਾ। ਸੋ ਇਹ ਭਾਈ ਭਗੀਰਥ ਨੇ ਪੁੱਛਿਆ। ਤਾਂ ਦੇਵੀ ਬੋਲੀ ਇਹੋ ਸੰਤ ਮਹਾਰਾਜ ਦਾ ਨਿਰਗੁਣ ਰੂਪ ਹੈ। ਕਹਿਣ ਲੱਗੇ ਉਹ ਦੇਵੀ ਕਹਿੰਦੀ ਆ ਨਾ, ਦੇਵੀ ਕਹਿੰਦੀ ਦੇਖ ਭਗੀਰਥ, ਇਹ ਜਿਹੜੇ ਗੁਰੂ ਨਾਨਕ ਹਨ ਨਾ, ਕਹਿੰਦੇ ਇਹ ਸੰਤ ਮਹਾਰਾਜ ਨੇ। ਇਹ ਸੰਤ ਮਹਾਰਾਜ ਕਿਹੜੇ ਨੇ? ਕਹਿੰਦੇ ਇਹ ਉਹੀ ਪਰਮਾਤਮਾ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੇ। ਉਹ ਨਿਰਗੁਣ ਸਰੂਪ ਜੋ ਪਰਮਾਤਮਾ ਹੈ ਉਹੀ ਇੱਕ ਸਰੀਰ ਧਾਰਨ ਕਰਕੇ ਆਏ ਸੰਸਾਰ ਤੇ, ਜਿਨ੍ਹਾਂ ਨੂੰ ਆਪਾਂ ਗੁਰੂ ਨਾਨਕ ਕਰਕੇ ਸੱਦਦੇ ਹਾਂ। ਕਹਿੰਦੇ ਉਹ ਪਰਮਾਤਮਾ ਆਪ ਆਇਆ ਇੱਥੇ, ਉਹ ਨਿਰਗੁਣ ਸਰੂਪ ਆਪ ਸਰਗੁਣ ਰੂਪ ਧਾਰਨ ਕਰਕੇ ਆਇਆ ਹੈ। ਕਹਿੰਦੇ ਇਹ ਪਰਮਾਤਮਾ ਆਪ ਹੈ ਤੇ ਮੇਰਾ ਸਰਗੁਣ ਰੂਪ ਹੈ। ਕਹਿਣ ਲੱਗੇ ਤੇ ਮੇਰਾ ਸਰਗੁਣ ਰੂਪ ਹੈ। ਕਹਿੰਦੇ ਦੇਵੀ ਕਹਿੰਦੀ ਤੂੰ ਮੇਰਾ ਸਰਗੁਣ ਰੂਪ ਦੇਖਦਾ ਹੈ, ਜੋ ਤੂੰ ਦੇਖਦਾ ਉਹੀ ਮੈਂ ਹਾਂ, ਮੈਂ ਨਿਰਗੁਣ ਸਰੂਪ ਨਹੀਂ। ਉਹ ਨਿਰਗੁਣ ਸਰੂਪ ਆਪ ਗੁਰੂ ਨਾਨਕ ਬਣ ਕੇ ਆਇਆ ਤੇ ਮੈਂ ਤਾਂ ਇੱਕ ਸਰਗੁਣ ਸਰੂਪ ਹਾਂ। ਹੁਣ ਇੱਥੇ ਸਮਝਣ ਦੀ ਇੱਕ ਗੱਲ ਹੈ, ਦੇਖੋ ਜਿਹੜਾ ਨਿਰਗੁਣ ਸਰੂਪ ਹੁੰਦਾ ਹੈ ਨਾ, ਉਹ ਨਿਰਗੁਣ ਸਰੂਪ ਨੂੰ ਫਾਰਮਲੈਸ ਕਹਿੰਦੇ ਹਾਂ।
ਜਿਹਦਾ ਕੋਈ ਫਾਰਮ ਨਹੀਂ ਹੁੰਦਾ, ਸਰਗੁਣ ਰੂਪ ਜਿਹਦਾ ਫਾਰਮ ਹੁੰਦਾ ਹੈ। ਹੁਣ ਦੇਵੀ ਨੇ ਇੱਕ ਗੱਲ ਸਮਝਾਈ ਭਗੀਰਥ ਨੂੰ, ਕਹਿੰਦੀ ਦੇਖ ਪਰਮਾਤਮਾ ਨਿਰਗੁਣ ਸਰੂਪ ਹੈ। ਉਹ ਨਿਰਗੁਣ ਸਰੂਪ ਨੇ ਇੱਕ ਆਪਣਾ ਫਾਰਮ ਲਿਆ ਹੈ, ਸਿਰਫ ਉਹ ਜਿਹੜਾ ਫਾਰਮ ਲੈ ਕੇ ਉਹ ਆਇਆ ਹੈ। ਤੇ ਦੇਵੀ ਕਹਿੰਦੀ ਹੈ ਮੈਂ ਹਜੇ ਫਾਰਮ ਦੇ ਵਿੱਚ, ਮਤਲਬ ਮੈਂ ਹਜੇ ਇੱਕ ਜੂਨ ਦੇ ਵਿੱਚ ਹਾਂ, ਆਈ ਐਮ ਸਟਿਲ ਇਨ ਦ ਇੱਕ ਜੂਨ ਦੇ ਵਿੱਚ ਹਾਂ। ਦੇਵੀ ਮੈਂ ਦੇਵੀ ਜ਼ਰੂਰ ਹਾਂ ਕਹਿੰਦੀ, ਪਰ ਮੈਂ ਇੱਕ ਜੂਨ ਦੇ ਵਿੱਚ ਹਾਂ। ਇਹ ਜਿਹੜਾ ਦੁਰਗਾ ਦੇਵੀ ਦਾ ਜਿਹੜਾ ਹੈ, ਕਹਿੰਦੀ ਮੈਂ ਇੱਕ ਜੂਨ ਹੈ, ਮੇਰੀ ਵੀ ਇੱਕ ਲਾਈਫ ਹੈ, ਮੈਂ ਇੱਕ ਲਾਈਫ ਭੋਗ ਰਹੀ ਹਾਂ। ਪਰ ਇਹ ਨਿਰਗੁਣ ਸਰੂਪ ਹਾਂ, ਇਹ ਲਾਈਫ ਨਹੀਂ ਭੋਗ ਰਿਹਾ, ਇਹ ਲਾਈਫ ਦੇ ਰਿਹਾ ਹੈ ਸਾਰੇ ਸੰਸਾਰ ਨੂੰ। ਸੋ ਦੈਟ ਇਜ਼ ਦ ਡਿਫਰੈਂਸ। ਸੋ ਇਹ ਗੱਲ ਜਿਹੜੀ ਹੈ ਭਗੀਰਥ ਨੂੰ ਸਮਝਾਈ, ਕਹਿੰਦੀ ਭਗੀਰਥ ਤੂੰ ਇਹ ਗੱਲ ਨੂੰ ਸਮਝ ਕਿ ਮੈਂ ਤਾਂ, ਮੇਰੀ ਤਾਂ ਪੂਜਾ ਸਾਰਾ ਸੰਸਾਰ ਵੀ ਭਾਵੇਂ ਕਰ ਲਵੇ, ਮੈਂ ਤਾਂ ਸਿਰਫ ਇੱਕ ਜੂਨ ਵਿੱਚ ਹਾਂ। ਮੈਂ ਤਾਂ ਆਪਣੇ ਜਿਹੜਾ ਹਨ ਭੋਗ ਰਹੀ ਹਾਂ, ਜੋ ਮੈਨੂੰ ਪਰਮਾਤਮਾ ਦਿੰਦਾ ਹੈ, ਜੋ ਸ਼ਕਤੀ ਉਹ ਮੈਨੂੰ ਦਿੰਦਾ ਹੈ, ਮੈਂ ਉਹੀ ਸ਼ਕਤੀ ਨੂੰ ਵਰਤਦੀ ਹਾਂ। ਪਰ ਉਹ ਸ਼ਕਤੀ ਦਾ ਜਿਹੜਾ ਹੈ ਸੋਮਾ, ਸੋਰਸ ਆਫ ਆਲ ਐਨਰਜੀ ਤਾਂ ਇਹ ਆਪ ਨੇ, ਪਰਮਾਤਮਾ ਆਪ ਆਇਆ ਗੁਰੂ ਨਾਨਕ ਬਣ ਕੇ। ਤੇ ਜੇ ਸੰਤਾਂ ਦੀ ਮੈਂ ਸੇਵਾ ਕਰਨੀ ਹਾਂ, ਕਹਿੰਦੀ ਜੇ ਮੈਂ ਸੰਤਾਂ ਦੀ ਸੇਵਾ ਕਰਾਂ, ਜੇ ਪਰਮਾਤਮਾ ਹੁਣ ਧਰਤੀ ਤੇ ਆ ਗਿਆ ਗੁਰੂ ਨਾਨਕ ਬਣ ਕੇ, ਜੇ ਮੈਂ ਉਹਦੀ ਸੇਵਾ ਨਾ ਕੀਤੀ, ਇਟਸ ਅ ਵੇਸਟ ਫॉर ਮੀ, ਕਿਉਂਕਿ ਮੈਂ ਵੀ ਛੁੱਟਣਾ ਆਪਣੀ ਜੂਨ ਚੋਂ, ਮੈਂ ਵੀ ਹਮੇਸ਼ਾ ਇਹ ਜੂਨ 'ਚ ਨਹੀਂ ਰਹਿਣਾ ਚਾਹੁੰਦੀ। ਹੁਣ ਮੇਰਾ ਛੁਟਕਾਰਾ ਵੀ ਤਾਂ ਹੀ ਹੋਗਾ ਜੇ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ। ਤਾਂ ਮੇਰੇ ਵਿੱਚ ਇਹੋ ਸਖਤ ਹੁੰਦੀ ਹੈ। ਹਾਂ, ਤੇ ਫਿਰ ਮੇਰੇ 'ਚ ਸ਼ਕਤੀ ਕਿੱਥੋਂ ਮੈਂ ਲੈਂਦੀ ਹਾਂ? ਇਹਨਾਂ ਤੋਂ ਹੀ ਲੈਂਦੀ ਹਾਂ ਨਾ, ਇਹੀ ਮੈਨੂੰ ਸ਼ਕਤੀ ਦੇਣ ਵਾਲੇ ਨੇ। ਇਸੇ ਕਰਕੇ ਜਿਹੜਾ ਹੈ ਨਾ, ਪੁਰਾਤਨ ਲਿਖਤਾਂ ਦੇ ਵਿੱਚ ਇੱਕ ਗੱਲ ਆਇਆ ਕਰਦੀ ਸੀਗੀ, ਕਹਿੰਦੇ ਦੁਰਗਾ ਨੇ ਜਦੋਂ ਇਹ ਜਿਹੜਾ ਸਾਰਾ ਜੰਗ ਜਿੱਤਿਆ ਨਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖੀ ਹੈ ਨਾ ਚੰਡੀ ਦੀ ਵਾਰ ਤੇ ਉਹ ਚੰਡੀ ਚਰਿੱਤਰ, ਕਹਿੰਦੇ ਇਹ ਜਿਹੜੀ ਦੁਰਗਾ ਸੀ ਨਾ, ਕਹਿੰਦੇ ਇਹਦਾ ਬਹੁਤ ਵੱਡਾ ਜੰਗ ਹੋਇਆ, ਐਡਾ ਵੱਡਾ ਜੰਗ ਹੋਇਆ। ਕਹਿੰਦੇ ਇੱਕ ਵਾਰ ਨਾ ਦੁਰਗਾ ਜਿਹੜੀ ਹਾਰ ਗਈ, ਉਹ ਕਹਿੰਦੀ ਵੀ ਮੇਤੋਂ ਨਹੀਂ ਜਿੱਤੇ ਜਾਂਦੇ ਇਹ ਡੀਮਨਸ। ਫਿਰ ਉਹ ਦੁਰਗਾ ਨੇ ਕਹਿੰਦੀ ਉਸ ਵੇਲੇ ਉਹਨੇ ਪਰਮਾਤਮਾ ਤੇ ਪ੍ਰਾਰਥਨਾ ਕੀਤੀ ਕਿ ਹੇ ਪਰਮਾਤਮਾ ਮੇਰੀ ਮਦਦ ਕਰ, ਬਿਕੋਜ਼ ਮੇਤੋਂ ਨਹੀਂ ਜਿੱਤੇ ਜਾਂਦੇ, ਕਿਉਂਕਿ ਰਕਤ ਬੀਜ ਆ ਗਏ। ਸੋ whenever you kill them, every drop of the blood another demon arises। ਸੋ ਹੁਣ ਤੁਸੀਂ ਇੱਕ ਦੇਖੋ, ਇੱਕ ਬੰਦੇ ਦੇ ਵਿੱਚ ਕਿੰਨਾ ਖੂਨ ਹੋਊਗਾ, ਕਿੰਨੇ ਡ੍ਰੌਪਸ ਹੋਣਗੇ, ਉਹਨੇ ਹੋਰ ਡੀਮਨਸ ਬਣੀ ਜਾਂਦੇ ਸੀਗੇ। ਸੋ ਦੁਰਗਾ ਵਿਚਾਰੀ ਹਾਰ ਗਈ, ਉਹ ਕਹਿੰਦੀ ਮੇਤੋਂ ਨਹੀਂ ਲੜਿਆ ਜਾਂਦਾ। ਉਹ ਕਈ ਸਾਲ, ਕਈ 1000 years ਵਾਸਤੇ ਲੜੀ, ਪਰ ਉਹ ਕਹਿੰਦੀ ਮੇਤੋਂ ਲੜਿਆ ਨਹੀਂ ਜਾਂਦਾ। ਅਖੀਰਕਾਰ ਪਰਮਾਤਮਾ ਅੱਗੇ ਉਹਨੇ ਜਿਹੜਾ ਅਰਦਾਸ ਕੀਤੀ, ਉਸ ਵੇਲੇ ਕਹਿੰਦੇ ਪਰਮਾਤਮਾ ਆਪ ਦੁਸ਼ਟ ਦਮਨ ਬਣ ਕੇ ਸੰਸਾਰ ਤੇ ਆਇਆ ਤੇ ਦੁਸ਼ਟ ਦਮਨ ਹੋ ਕੇ ਉਹਨੇ ਦੁਰਗਾ ਦੀ ਮਦਦ ਕੀਤੀ ਤੇ ਉਹਨੇ ਸਾਰੇ ਦੈਂਤ ਮਾਰੇ। ਸੋ ਦੁਰਗਾ ਫਿਰ ਦੁਸ਼ਟ ਦਮਨ ਕੋਲ ਜਾਂਦੀ ਹੈ ਤੇ ਦੁਸ਼ਟ ਦਮਨ ਨੂੰ ਕਹਿੰਦੀ ਹੈ ਕਿ ਹੇ ਦੁਸ਼ਟ ਦਮਨ, ਕਹਿੰਦੀ ਤੂੰ ਮੇਰੀ ਸਹਾਇਤਾ ਕੀਤੀ, ਤੂੰ ਪਰਮਾਤਮਾ ਆਪ ਹੈ, ਪਰ ਕਹਿੰਦੀ ਮੈਂ ਤੇਰੀ ਸੇਵਾ ਕਰਨੀ ਚਾਹੁੰਦੀ ਹਾਂ। ਤਾਂ ਪੁਰਾਣੀਆਂ ਲਿਖਤਾਂ 'ਚ ਇਹ ਆਉਂਦਾ ਨਾ, ਕਈ ਵਾਰੀ ਜਿਹੜਾ ਹਨ ਜਿਵੇਂ ਵਿਜੇ ਮੁਕਤ ਗ੍ਰੰਥ ਆ ਨਾ, ਜਿਹੜਾ ਬਹੁਤ ਪਹਿਲਾਂ ਹੱਥ ਲਿਖਤ ਲਿਖੇ ਹੋਏ ਸਨ, ਉਹਨਾਂ ਵਿੱਚ ਗੁਰਸਿੱਖਾਂ ਨੇ ਸਾਖੀ ਲਿਖੀ ਹੋਈ ਆ। ਕਹਿੰਦੇ ਵੀ ਕੀ ਹੋਇਆ ਉਸ ਵੇਲੇ, ਦੁਸ਼ਟ ਦਮਨ ਕਹਿੰਦਾ ਵੀ ਜਦੋਂ ਕਲਯੁਗ ਦਾ ਸਮਾਂ ਆਏਗਾ ਨਾ, ਕਹਿੰਦਾ ਉਸ ਵੇਲੇ ਅਸੀਂ ਗੁਰੂ ਨਾਨਕ ਦੇ 10ਵੇਂ ਰੂਪ ਬਣਾਂਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਕੇ ਪ੍ਰਗਟ ਹੋਵਾਂਗੇ ਸੰਸਾਰ ਦੇ ਵਿੱਚ। ਕਹਿੰਦੇ ਉਸ ਵੇਲੇ ਦੇਵੀ ਤੈਨੂੰ ਆਗਿਆ ਹੈ, ਤੂੰ ਸਾਡੀ ਸੇਵਾ ਵਾਸਤੇ ਆ ਜੀ। ਤੇ ਉਹ ਲਿਖਤਾਂ ਵਿੱਚ ਲਿਖਿਆ ਕਿ ਮਾਤਾ ਸਾਹਿਬ ਕੌਰ ਜਿਹੜੇ ਸਨ ਨਾ, ਕਹਿੰਦੇ ਉਹ ਦੁਰਗਾ ਦਾ ਰੀਇਨਕਾਰਨੇਸ਼ਨ ਸੀਗੇ। ਫਿਰ ਉਹ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਉਹਨਾਂ ਦੇ ਤੀਜੇ ਮਹਿਲ ਬਣ ਕੇ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਕੁਆਰਾ ਡੋਲਾ ਰੱਖਿਆ ਸੀਗਾ। ਮਹਾਰਾਜ ਤਾਂ ਹੀ ਉਹਨਾਂ ਨੂੰ ਕੁਆਰਾ ਡੋਲਾ ਕਿਹਾ ਜਾਂਦਾ ਸੀਗਾ। ਮਹਾਰਾਜ ਨੇ ਉਹਨਾਂ ਨੂੰ ਸੇਵਾ ਦਿੱਤੀ ਸੀ, ਕਿਉਂਕਿ ਉਹਨਾਂ ਦੀ ਉਹੀ ਇੱਛਾ ਸੀ ਕਿ ਮੈਂ ਤੁਹਾਡੇ ਚਰਨਾਂ ਦੀ ਸੇਵਾ ਕਰਨੀ ਆ। ਤੇ ਮਾਤਾ ਸਾਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੰਨਾ ਉਹਨਾਂ ਨੂੰ ਪਿਆਰ ਕਰਿਆ ਕਰਦੇ ਸਨ ਨਾ, ਕਿ ਮਾਤਾ ਜੀ ਨੇ ਕਿਤੇ ਵੀ ਗੁਰੂ ਗੋਬਿੰਦ ਸਿੰਘ ਨੂੰ ਦੇਖੋ ਤੇ ਬਗੈਰ ਪਾਣੀ ਨਹੀਂ ਪੀਂਦੇ ਸਨ। ਐਵਰੀ ਡੇ ਗੁਰੂ ਗੋਬਿੰਦ ਸਿੰਘ ਨੂੰ ਦੇਖ ਕੇ ਇੱਕ ਤੁਪਕਾ ਪਾਣੀ ਦਾ ਮੂੰਹ 'ਚ ਪਾਉਂਦੇ ਸਨ। ਉਹਨਾਂ ਦੀ ਇਹ ਜਿਹੜੀ ਹੈ, ਉਹਨਾਂ ਨੇ ਸਾਰੀ ਜ਼ਿੰਦਗੀ ਇਹ ਨਿਭਾਇਆ। ਤੇ ਜਦੋਂ ਮਹਾਰਾਜ ਉਹਨਾਂ ਨੂੰ ਆਗਿਆ ਦਿੱਤੀ ਨਾ ਕਿ ਤੁਸੀਂ ਦਿੱਲੀ ਚਲੇ ਜਾਓ, ਮਾਤਾ ਜੀ ਨੇ ਇਹੀ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਮੇਰੇ ਤਾਂ ਇਹ ਪ੍ਰਣ ਹੈ, ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਮੈਂ ਨਹੀਂ ਖਾਣਾ ਪੀਣਾ ਖਾਂਦੀ। ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 5 ਸ਼ਸਤਰ ਦਿੱਤੇ ਸਨ ਮਾਤਾ ਸਾਹਿਬ ਕੌਰ ਨੂੰ, ਕਹਿੰਦੇ ਇਹ 5 ਸ਼ਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਸੋ ਮਾਤਾ ਜੀ ਉਹ 5 ਸ਼ਸਤਰਾਂ ਦੇ ਦਰਸ਼ਨ ਕਰਕੇ ਖਾਇਆ ਕਰਦੇ ਸਨ। ਸੋ ਇਸ ਤਰ੍ਹਾਂ ਇਹ ਜਿਹੜਾ ਹੈ, ਸੋ ਇਹ ਜਿਹੜੀ ਸਾਖੀਆਂ ਨੇ, ਕਈ ਵਾਰੀ ਦੇਖੋ ਗੁਰੂ ਨਾਨਕ ਮਹਾਰਾਜ ਦੇ ਸਮੇਂ ਵਿੱਚ ਹੁਣ ਇਹ ਦੁਰਗਾ ਆ ਕੇ ਝਾੜੂ ਮਾਰ ਰਹੀ ਹੈ। ਸੋ ਹੁਣ ਇਹ ਕਹਿੰਦੀ ਹੈ ਵੀ ਮੈਂ ਵੀ ਕੋਈ ਸੇਵਾ ਕਰ ਲਵਾਂ। ਇਸੇ ਕਰਕੇ ਆਪਾਂ ਕਹਿੰਦੇ ਨਾ, ਜਿੰਨੇ ਦੁਨੀਆ ਦੇ ਦੇਵੀ ਦੇਵਤੇ ਆ ਨਾ, ਉਹ ਗੁਰੂ ਨਾਨਕ ਦੇ ਦਰ ਤੇ ਆ ਕੇ ਉਹ ਵੀ ਝੁਕਦੇ ਨੇ, ਉਹ ਵੀ ਕਹਿੰਦੇ ਨੇ ਵੀ ਸਾਨੂੰ ਵੀ ਮੁਕਤੀ ਮਿਲ ਜਾਵੇ, ਕਿਉਂਕਿ ਪਰਮਾਤਮਾ ਆਪ ਨੇ। ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਕਿ ਆਪਾਂ ਇਹ ਨਹੀਂ ਕਹਿ ਸਕਦੇ ਹੁਣ ਜਿਹੜੇ ਬੰਦੇ ਇਹਨਾਂ ਦੀ ਪੂਜਾ ਕਰਦੇ ਨੇ, ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਮਾੜੇ ਨਹੀਂ, ਉਹ ਐਸੀ ਗੱਲ ਨਹੀਂ ਹੈ। ਕਿਉਂਕਿ ਹੁਣ ਦੇਖੋ ਨਾ, ਕਈ ਬੰਦੇ ਤਾਂ ਪੋਲੀਟੀਸ਼ੀਅਨ ਦੀ ਵੀ ਪੂਜਾ ਕਰਦੇ ਨੇ, ਕਈ ਬੰਦੇ ਤਾਂ ਧਨੀਆਂ ਦੀ ਵੀ ਪੂਜਾ ਕਰਦੇ ਨੇ,
ਹਾਂਜੀ ਇਹ ਤਾਂ ਫੇਰ ਦੇਵੀ ਦੇਵਤੇ ਨੇ। ਹਾਂਜੀ ਪਰ ਦੇਵੀ ਦੇਵਤੇ ਲੋਚਦੇ ਨੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਦੇਵਤੇ ਵੀ ਲੋਚਦੇ ਨੇ ਕਿ ਸਾਨੂੰ ਇਹ ਬਾਡੀ ਮਿਲ ਜਾਵੇ, ਹਿਊਮਨ ਬਾਡੀ, ਤਾਂ ਕਰਕੇ ਅਸੀਂ ਗੁਰੂ ਦੀ ਸੇਵਾ ਕਰ ਸਕੀਏ। ਸੋ ਐਸਾ ਹੁਣ ਇਹ ਦੇਵੀ ਕਹਿੰਦੀ ਹੈ ਕਿ ਨਿਰਗੁਣ ਸਰੂਪ ਨੇ, ਮੈਂ ਤਾਂ ਫਿਰ ਵੀ ਸਰਗੁਣ ਸਰੂਪ ਹਾਂ। ਤਾਂ ਭਗੀਰਥ ਗੁਰੂ ਕਾ ਸਿੱਖ ਹੋਇਆ। ਸੋ ਉਸ ਵੇਲੇ ਭਾਈ ਭਗੀਰਥ ਜੀ ਗੁਰੂ ਮਹਾਰਾਜ ਗੁਰੂ ਨਾਨਕ ਦੇ ਸਿੱਖ ਬਣੇ ਤੇ ਫਿਰ ਮਹਾਰਾਜ ਜੀ ਉਹਨਾਂ ਨੇ ਬਹੁਤ ਸੇਵਾ ਕੀਤੀ, ਸੰਤਾਂ ਦੀ ਸੇਵਾ ਕਰਨ ਲੱਗਾ। ਫਿਰ ਸੰਗਤਾਂ ਦੀ ਸੇਵਾ ਕਰਨ ਲੱਗਿਆ। ਉਹਨੇ ਬਹੁਤ ਮਹਾਰਾਜ ਦਾ ਉਪਦੇਸ਼ ਪਾ ਕੇ ਉਹਨਾਂ ਨੇ ਬੜੇ ਸਿੱਖ ਸੰਗਤਾਂ ਦੀ ਸੇਵਾ ਕੀਤੀ, ਤਾਂ ਉਸ ਦਾ ਉਧਾਰ ਹੋਇਆ। ਤਾਂ ਫਿਰ ਉਸ ਦਾ ਉਧਾਰ ਹੋਇਆ, ਤਾਂ ਉਹਨੂੰ ਮੁਕਤੀ ਪ੍ਰਾਪਤ ਹੋਈ। ਭਾਈ ਜਿਹੜਾ ਹੈ ਭਾਈ ਭਗੀਰਥ ਜੀ ਨੂੰ ਫਿਰ ਮੁੜ ਸੋ ਇਸ ਪ੍ਰਕਾਰ ਕਰਕੇ ਮੈਲ ਸਿੰਘਾਂ ਵਿੱਚ ਆਖੀਐ ਭਾਗੀਰਥ ਕਾਲੀ ਗੁਣ ਗਾਵੇ। ਸੋ ਕਾਲੀ ਦੇ ਗੁਣ ਗਾਉਣ ਵਾਲਾ ਭਾਈ ਭਗੀਰਥ ਗੁਰੂ ਨਾਨਕ ਮਹਾਰਾਜ ਦਾ ਸੇਵਕ ਬਣਿਆ।